ਆ ਉੱਥੇ ਕੁੜੀਆਂ ਬੀਚਸ ਦੇ ਉੱਤੇ ਬਿਕਨੀ ਪਾ ਕੇ ਵੀ ਤੁਰੀਆਂ ਫਿਰਨਗੀਆਂ ਨਾ, ਕੋਈ ਉਹਨਾਂ ਵੱਲ ਗੰਦੀ ਨਜ਼ਰ ਨਾਲ ਨਹੀਂ ਦੇਖੇਗਾ। ਪਰ ਸਾਡੇ ਜਿਹੜੇ ਇੱਥੇ ਮਾਈਂਡ ਸੈਟ ਆ ਨਾ, ਉਹ ਇੰਨਾ ਕੁ ਬੁਰਾ ਆ ਕਿ ਕੁੜੀ ਦੇ ਜੀਨ ਵੀ ਪਾਈ ਹੋਊਗੀ ਨਾ, ਉਹਦਾ ਵੀ ਅੱਖਾਂ ਦੇ ਨਾਲ ਸਕੈਨਿੰਗ ਕਰਦੇ ਅੱਖਾਂ ਨਾਲ ਰੇਪ ਕਰ ਦਿੱਤਾ ਜਾਂਦਾ ਆ। ਇਹਨਾਂ ਦੇ ਕੱਪੜੇ ਨਹੀਂ ਠੀਕ ਹੈਗੇ, ਇਹਨਾਂ ਦੇ ਰਹਿਣਾ ਬਹਿਣਾ ਨਹੀਂ ਸਹੀ ਹੈਗਾ। ਅੱਛਾ, ਇਹ ਮੁੰਡਿਆਂ ਦੇ ਵਿੱਚ ਕਰਦੀਆਂ ਕੀ ਹੈ, ਰਾਤ ਨੂੰ ਤੁਰ ਫਿਰ ਕਿਉਂ ਰਹੀਆਂ ਨੇ, ਜਾਂ ਮਤਲਬ ਉਹਨਾਂ ਦੀ ਖਾਣ ਪੀਣ ਦੀਆਂ ਆਦਤਾਂ ਕੀ ਆ, ਇਹਨਾਂ ਚੀਜ਼ਾਂ ਕਰਕੇ ਇਹ ਜੁਰਮ ਨੂੰ ਸੱਦਾ ਦਿੰਦੀਆਂ ਨੇ। ਤੁਸੀਂ ਕੋਈ ਨਹੀਂ ਹੈਗੇ ਵੀ ਉਹਨੂੰ ਜੱਜ ਕਰੋ, ਬਲਕਿ ਸਾਡਾ ਕਿਰਦਾਰ ਇੰਨਾ ਉੱਚਾ ਸੱਚਾ ਹੋਣਾ ਚਾਹੀਦਾ ਕਿ ਸਾਡੀ ਨਜ਼ਰ ਦੇ ਵਿੱਚ ਪਰਾਈ ਔਰਤ ਪਰਾਈ ਔਰਤ, ਜਿਹੜੇ ਚਾਈਲਡ ਰੇਪ ਵਿਕਟਮਸ ਹੋ ਗਏ ਜਾਂ ਵੈਸੇ ਜਿਹੜੇ ਰੀਅਲ ਰੇਪ ਵਿਕਟਮਸ ਹੁੰਦੇ ਆ, ਉਹਨਾਂ ਲਈ ਕੰਪਨਸੇਸ਼ਨ ਹੁੰਦੀ ਆ ਜਿਹੜੀ ਉਹਨਾਂ ਨੂੰ ਮਿਲਦੀ ਆ, ਜੋ 50-50 ਲੱਖ ਕਰੋੜ ਰੁਪਇਆ ਤੱਕ ਵੀ ਕੰਪਨਸੇਸ਼ਨ ਆ ਉਹਨਾਂ ਨੂੰ ਮਿਲਦੀ ਆ। ਮਰਜ਼ੀ ਤੋਂ ਬਿਨਾ ਹਸਬੈਂਡ ਵੀ ਆਪਣੀ ਵਾਈਫ ਨੂੰ ਟੱਚ ਨਹੀਂ ਕਰ ਸਕਦਾ ਹੈਗਾ, ਕਿਉਂਕਿ ਮਰਜ਼ੀ ਆ, ਸਮਝੇ ਤੁਸੀਂ? ਤਾਂ ਆਪਣੇ ਜਿਹੜੇ ਲੋਕਾਂ ਦੇ ਮਾਈਂਡ ਸੈਟ ਹੈ ਜੀ, ਮੁੰਡਾ ਜਾਂ ਤਾਂ ਮੁੰਡਾ ਗਲਤ ਹੀ ਹੋਊਗਾ, ਮੁੰਡੇ ਨੇ ਛੇੜਿਆ ਹੀ ਹੋਣਾ ਕੁੜੀ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਤੇ ਜਿਵੇਂ ਕਿ ਮੈਂ ਕਿਹਾ ਸੀਗਾ ਕਿ ਆਲਮੋਸਟ ਵੈਸੇ ਤਾਂ ਟਾਈਮ ਨਹੀਂ ਲੱਗਦਾ, ਤਾਂ ਹਰ ਸੰਡੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਲਾਈਵ ਜ਼ਰੂਰ ਆਇਆ ਕਰਾਂਗੇ। ਸੋ ਪਹਿਲਾਂ ਮੈਂ ਇੰਟਰੋਡਕਸ਼ਨ ਕਰਦੀ ਹਾਂ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਤਾਂ ਬਚਪਨ ਬਚਾਓ ਮੁਹਿੰਮ ਚਲਾਈ ਹੋਈ ਹੈ, ਦੂਜੀ ਫਾਈਟ ਫॉर ਰਾਈਟ। ਜਿਹੜੀ ਬਚਪਨ ਬਚਾਓ ਮੁਹਿੰਮ ਆ, ਉਹਦੇ ਅਧੀਨ ਜਿਹੜੇ ਚਾਈਲਡ ਵਿਕਟਮ ਹੁੰਦੇ ਨੇ, ਜਿਹੜੇ ਛੋਟੇ ਬੱਚੇ ਹੁੰਦੇ ਨੇ, ਉਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਜੁਰਮ ਹੁੰਦਾ ਆ, ਉਹਦੇ ਲਈ ਬੱਚਿਆਂ ਨੂੰ ਜਾਗਰੂਕ ਕਰਨਾ ਕਿ ਉਹਨਾਂ ਨੇ ਉਸ ਜੁਰਮ ਤੋਂ ਬਚਣਾ ਕਿਵੇਂ ਆ, ਤੇ ਜੁਰਮ ਹੁੰਦਾ ਕਿ ਉਸ ਬਾਰੇ ਗਾਈਡ ਕਰਨਾ। ਸਕੂਲਾਂ ਦੇ ਵਿੱਚ ਹੁੰਦਾ, ਹੁਣ ਕਰੋਨਾ ਵਾਲੇ ਸੀਨ ਕਰਕੇ ਸਕੂਲਸ ਬੰਦ ਪਏ ਨੇ ਤੇ ਸੋ ਬੱਚਿਆਂ ਨੂੰ ਉੱਦਾਂ ਗਾਈਡ ਨਹੀਂ ਕਰ ਪਾ ਰਹੇ। ਸੋ ਉਹ ਮੁਹਿੰਮ ਰੁਕੀ ਹੋਈ ਆ। ਤੇ ਦੂਜਾ ਜਿਹੜੀ ਫਾਈਟ ਫॉर ਰਾਈਟ ਹੈਗੀ ਆ, ਉਹਦਾ ਬੇਸਿਕ ਮਕਸਦ ਹੈਗਾ ਜਿਹੜੇ ਅਨਹਰਡ ਵਿਕਟਮਸ ਹੁੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਲੀਗਲ ਸਪੋਰਟ ਕਰਨਾ। ਤੇ ਕਿਉਂਕਿ ਮੈਂ ਪਹਿਲਾਂ ਵੀ ਬੋਲਿਆ ਕਿ ਮੈਂ ਆਪਣੇ ਮੇਨ ਟੌਪਿਕ ਤੇ ਜਾਣ ਤੋਂ ਪਹਿਲਾਂ ਕੁਝ ਚੀਜ਼ਾਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਫਾਈਟ ਫॉर ਰਾਈਟ ਆ ਤੇ ਬਚਪਨ ਬਚਾਓ ਆ, ਇਹਦੇ ਅਧੀਨ ਜਿਹੜੇ ਵੀ ਵਿਕਟਮ ਹੁੰਦੇ ਆ ਉਹਨਾਂ ਦੀ ਜਿਹੜੀ ਮਦਦ ਆ ਉਹ ਬਿਲਕੁਲ ਮੁਫਤ ਕੀਤੀ ਜਾਂਦੀ ਆ। ਪਰ ਬਾਕੀ ਕਿਸੇ ਦੇ ਲਈ ਵੀ ਜਿਹੜੀ ਹੈਗੀ ਆ ਮੁਫਤ ਸਲਾਹ ਵੀ ਅਵੇਲੇਬਲ ਨਹੀਂ ਹੈਗੀ, ਕਿਉਂਕਿ ਆਪਣਾ ਕੰਮ ਤੇ ਆਪਣੀ ਮੁਹਿੰਮ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਹੁਣ ਅਨਹਰਡ ਵਿਕਟਮਸ ਹੁੰਦੇ ਕਿਹੜੇ ਨੇ? ਅਨਹਰਡ ਵਿਕਟਮਸ ਉਹ ਹੁੰਦੇ ਆ ਜਿਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ, ਤੇ ਜਿਨ੍ਹਾਂ ਦੇ ਕਿਉਂਕਿ ਇਹ ਸਾਡਾ ਜਿਹੜੀ ਸੁਸਾਇਟੀ ਆ, ਇਹ ਜਾਂ ਜਿਹੜਾ ਸਾਡਾ ਸਿਸਟਮ ਆ, ਇਹ ਸਾਰਾ ਪੈਸੇ ਦਾ ਪੀਰ ਆ। ਪੈਸੇ ਹੋਣਗੇ ਤਾਂ ਹੀ ਸਿਸਟਮ ਚੱਲ ਪਾਉਂਦਾ ਹੈ। ਸੋ ਉਹ ਲੋਕ ਜਿਨ੍ਹਾਂ ਦੇ ਕੋਲ ਨਾ ਤਾਂ ਨੌਲੇਜ ਹੈਗੀ ਆ, ਨਾ ਉਹਨਾਂ ਕੋਲ ਪੈਸਾ ਹੈਗਾ, ਤੇ ਨਾ ਹੀ ਉਹਨਾਂ ਨੂੰ ਸਮਝ ਆਉਂਦੀ ਆ ਵੀ ਕਿੱਦਾਂ ਕੰਮ ਕੀਤਾ ਜਾ ਸਕੇ। ਸੋ ਉਹ ਹੁੰਦੇ ਆ ਅਨਹਰਡ ਵਿਕਟਮਸ, ਜਿਨ੍ਹਾਂ ਦੀ ਸੁਣਵਾਈ ਵੀ ਨਹੀਂ ਕਿਤੇ ਹੁੰਦੀ। ਸੋ ਉਹਨਾਂ ਦੀ ਮਦਦ ਕਰਨ ਲਈ ਇਹ ਜਿਹੜੀ ਫਾਈਟ ਫॉर ਰਾਈਟ ਤੇ ਬਚਪਨ ਬਚਾਓ ਮੁਹਿੰਮਾਂ ਜਿਹੜੀਆਂ ਚਲਾਈਆਂ ਗਈਆਂ। ਹੁਣ ਜਿਹੜਾ ਟੌਪਿਕ ਸੀਗਾ ਅੱਜ ਦਾ, ਵਿਕਟਮ ਬਲੇਮਿੰਗ, ਇਹ ਬੜਾ ਸੈਂਸਿਟਿਵ ਜਿਹਾ ਟੌਪਿਕ ਆ। ਅਸੀਂ ਜਿਹੜੀ ਇੰਟਰਨੈਸ਼ਨਲ ਮੂਵਮੈਂਟ ਵੀ ਹੈਗਾ ਸਾਡਾ SOS ਸਟੈਂਡਿੰਗ ਆਊਟ ਹੈ ਨਾ, ਜਿਹੜਾ ਹੈਗਾ SOS ਹੈਗਾ, ਜਿਹਦੀ ਮੈਂ ਇੰਡੀਅਨ ਅੰਬੈਸਡਰ ਹੈਗੀ ਹਾਂ, ਤੇ ਮੈਂ ਉਹਦੀ ਇੰਟਰੋਡਕਸ਼ਨ ਪਹਿਲਾਂ ਵੀ ਦਿੱਤੀ ਸੀਗੀ। ਸੋ ਉਹਦੇ ਵਿੱਚ ਵੀ ਇੱਕ ਸਾਡਾ ਜਿਹੜਾ ਮੇਨ ਟੌਪਿਕ ਹੈਗਾ ਉਹ ਹੈਗਾ ਵਿਕਟਮ ਬਲੇਮਿੰਗ। ਸੋ ਹੁਣ ਬਹੁਤੀਆਂ ਗੱਲਾਂ ਇੱਧਰ ਉੱਧਰ ਨਾ ਕਰਦੇ ਹੋਏ ਮੈਂ ਮੇਨ ਵਿਕਟਮ ਬਲੇਮਿੰਗ ਤੇ ਆਉਣੀ ਆ। ਵਿਕਟਮ ਬਲੇਮਿੰਗ ਬੇਸਿਕਲੀ ਕੀ ਹੁੰਦਾ ਆ? ਪੰਜਾਬੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਪੀੜਤ ਹੁੰਦਾ ਆ, ਪੀੜਤ ਨੂੰ ਉਹਦੇ ਖਿਲਾਫ ਹੋਏ ਗੁਨਾਹ ਦੇ ਲਈ, ਜਾਂ ਜਿਹੜਾ ਉਹਦੇ ਤੇ ਜੁਰਮ ਹੋਇਆ ਹੁੰਦਾ, ਉਹਦੇ ਖਿਲਾਫ ਜਿਹੜਾ ਜੁਰਮ ਹੋਇਆ ਹੁੰਦਾ, ਉਸ ਜੁਰਮ ਦਾ ਅਸਲ ਕਾਰਨ ਉਸ ਵਿਕਟਮ ਨੂੰ ਦੱਸਣਾ ਹੁੰਦਾ ਵਿਕਟਮ ਬਲੇਮਿੰਗ। ਜਿਹੜੀ ਸਾਡੀ ਸੁਸਾਇਟੀ ਆ, ਇਹਦੇ ਵਿੱਚ ਜ਼ਿਆਦਾਤਰ ਕੀ ਆ ਕਿ ਇਹ ਜਿਹੜਾ ਸਾਡਾ ਸੋਸ਼ਲ ਸਟਿਗਮਾ ਹੁੰਦਾ ਆ, ਜਾਂ ਜੋ ਸੁਸਾਇਟੀ ਦਾ ਮਾਈਂਡ ਸੈਟ ਆ, ਇਹ ਕੀ ਕਰਦੇ ਆ ਕਿ ਜਦੋਂ ਖਾਸ ਕਰਕੇ ਇਹ ਜਿਹੜਾ ਵਿਕਟਮ ਬਲੇਮਿੰਗ ਹੈ, ਇਹ ਔਰਤਾਂ ਦੇ ਖਿਲਾਫ ਹੁੰਦੀ ਆ ਕਿ ਜੇ ਜੁਰਮ ਹੋਇਆ ਆ ਤਾਂ ਪੱਕਾ ਇਹਦਾ ਕੋਈ ਨਾ ਕੋਈ ਰੀਜ਼ਨ ਹੋਣਾ ਆ। ਇਹ ਜਿਵੇਂ ਮੈਂ ਐਗਜ਼ਾਮਪਲ ਦਿੰਨੀ ਆ, ਦਿੱਲੀ ਨਿਰਭਇਆ ਕਾਂਡ ਸਾਰਿਆਂ ਨੂੰ ਪਤਾ ਹੈ। ਰਾਤ ਨੂੰ ਕੁੜੀ ਦਾ ਰੇਪ ਹੋਇਆ ਤੇ ਸਾਰਿਆਂ ਵੱਲੋਂ ਇਹ ਆ, ਅੱਛਾ ਉਹ ਰਾਤ ਨੂੰ ਕੀ ਕਰਦੀ ਸੀ, ਉਹ ਮੁੰਡੇ ਨਾਲ ਕਿਉਂ ਸੀ। ਸੋ ਉਹਨਾਂ ਨੇ ਉਸ ਜੁਰਮ ਤੋਂ ਧਿਆਨ ਹਟਾ ਕੇ ਉੱਥੇ ਦੀ, ਬਲਕਿ ਉਸ ਸਮੇਂ ਜੋ CM ਸੀਗੀ 2012 ਦੇ ਵਿੱਚ, ਉਹਨੇ ਇੱਥੇ ਤੱਕ ਬੋਲਤਾ ਸੀਗਾ ਕਿ ਕੁੜੀ ਰਾਤ ਨੂੰ ਘੁੰਮ ਫਿਰ ਕਿਉਂ ਰਹੀ ਸੀ, ਜੇ ਰਾਤ ਨੂੰ ਕੁੜੀਆਂ ਘੁੰਮਣ ਫਿਰਨਗੀਆਂ ਤਾਂ ਉਹ ਜੁਰਮ ਨੂੰ ਸੱਦਾ ਦੇਣਗੀਆਂ। ਮਤਲਬ ਅਸੀਂ ਜਿਹੜੀ ਇਹ ਅਪਰੋਚ ਆ, ਸਾਡੀ ਇਹ ਅਪਰੋਚ ਗਲਤ ਆ, ਸਾਡੀ ਸੁਸਾਇਟੀ ਦੀ ਇੱਥੇ ਹੋ ਗਿਆ ਵਿਕਟਮ ਬਲੇਮਿੰਗ। ਜੁਰਮ ਤੋਂ ਧਿਆਨ ਹਟ ਕੇ, ਠੀਕ ਹੈ, ਉਸ ਪਾਸੇ ਜਾਣਾ ਕਿ ਜੁਰਮ ਨੂੰ ਸੱਦਾ ਦਿੱਤਾ ਗਿਆ।
ਕੁੜੀਆਂ ਦਾ ਰੇਪ ਹੁੰਦਾ, ਜੇ ਮਤਲਬ ਕਿਸੇ ਅਡਲਟ ਦਾ ਰੇਪ ਹੋ ਗਿਆ, ਬਜ਼ੁਰਗ ਦਾ ਮਤਲਬ ਵੱਡੀ ਉਮਰ ਦਾ ਰੇਪ ਹੋ ਗਿਆ, ਜਾਂ ਉਹਦੇ ਨਾਲ ਕੋਈ ਹੋਰ ਅਸੌਲਟ ਹੋ ਗਿਆ, ਜਾਂ ਈਵ ਟੀਜ਼ਿੰਗ ਹੋ ਗਈ, ਸਾਡੀ ਸਾਰਿਆਂ ਦੀ ਸੁਸਾਇਟੀ ਦੀ ਇੱਕ ਮਾਈਂਡ ਸੈਟ ਆ। ਚਲੋ ਹਾਂ ਮਾਈਂਡ ਸੈਟ ਕੀ ਆ? ਮਾਈਂਡ ਸੈਟ ਕਹਿੰਦਾ ਆ ਇਹਨਾਂ ਦੇ ਕੱਪੜੇ ਨਹੀਂ ਠੀਕ ਹੈਗੇ, ਇਹਨਾਂ ਦੇ ਰਹਿਣਾ ਬਹਿਣਾ ਨਹੀਂ ਸਹੀ ਹੈਗਾ, ਅੱਛਾ ਇਹ ਮੁੰਡਿਆਂ ਦੇ ਵਿੱਚ ਕਰਦੀਆਂ ਕੀ ਹੈ, ਰਾਤ ਨੂੰ ਤੁਰ ਫਿਰ ਕਿਉਂ ਰਹੀਆਂ ਨੇ, ਜਾਂ ਮਤਲਬ ਉਹਨਾਂ ਦੀ ਖਾਣ ਪੀਣ ਦੀਆਂ ਆਦਤਾਂ ਕੀ ਆ, ਇਹਨਾਂ ਚੀਜ਼ਾਂ ਕਰਕੇ ਇਹ ਜੁਰਮ ਨੂੰ ਸੱਦਾ ਦਿੰਦੀਆਂ ਨੇ। ਸੋ ਇਹ ਹੁੰਦੀ ਆ ਵਿਕਟਮ ਬਲੇਮਿੰਗ। ਅਸੀਂ ਚਲੋ ਮੈਂ ਵੀ ਇਸ ਚੀਜ਼ ਨੂੰ ਮੰਨਦੀ ਆ ਕਿ ਹਨਾ ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ, ਕਿਉਂਕਿ ਸੁਸਾਇਟੀ ਆ। ਪਰ ਇਹਦੇ ਹੁਣ ਮੈਂ ਉੱਥੇ ਨਾਲ ਹੀ ਤੁਹਾਡੇ ਇੱਕ ਐਗਜ਼ਾਮਪਲ ਦਊਂਗੀ ਜਿਹਨੂੰ ਮੈਂ ਹਮੇਸ਼ਾ ਬੋਲਦੀ ਹੁੰਦੀ ਹਾਂ ਕਿ ਇੱਕ ਫੋਰਨ ਕੰਟਰੀ ਆ, ਵੈਸਟਰਨ ਕੰਟਰੀ ਦੇਖ ਲਓ, ਵੈਸਟਰਨ ਕੰਟਰੀ ਦੀਆਂ ਬੀਚਿਸ ਦੇ ਉੱਤੇ ਵੀ ਚਲੋ ਸਾਡਾ ਕਲਚਰ ਉਹ ਨਹੀਂ ਅਲਾਉ ਕਰਦਾ, ਮੈਂ ਇਹ ਨਹੀਂ ਕਹਿ ਰਹੀ ਕਿ ਉਵੇਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਪਰ ਜਿਹੜਾ ਸਾਡਾ ਜੋ ਮਤਲਬ ਆਪਾਂ ਕਹਿ ਦਈਏ ਕਿ ਉੱਥੇ ਕੁੜੀਆਂ ਬੀਚਿਸ ਦੇ ਉੱਤੇ ਬਿਕਨੀ ਪਾ ਕੇ ਵੀ ਤੁਰੀਆਂ ਫਿਰਨਗੀਆਂ ਨਾ, ਕੋਈ ਉਹਨਾਂ ਵੱਲ ਗੰਦੀ ਨਜ਼ਰ ਨਾਲ ਨਹੀਂ ਦੇਖੇਗਾ। ਪਰ ਸਾਡੇ ਜਿਹੜੇ ਇੱਥੇ ਮਾਈਂਡ ਸੈਟ ਆ ਨਾ, ਉਹ ਇੰਨਾ ਕੁ ਬੁਰਾ ਆ ਕਿ ਕੁੜੀ ਦੇ ਜੀਨ ਵੀ ਪਾਈ ਹੋਊਗੀ ਨਾ, ਉਹਦਾ ਵੀ ਅੱਖਾਂ ਦੇ ਨਾਲ ਸਕੈਨਿੰਗ ਕਰਦੇ ਅੱਖਾਂ ਨਾਲ ਰੇਪ ਕਰ ਦਿੱਤਾ ਜਾਂਦਾ ਆ। ਸੋ ਵਿਕਟਮ ਬਲੇਮਿੰਗ ਦੀ ਜਗ੍ਹਾ ਦੇ ਉੱਤੇ ਜੋ ਹੋਣਾ ਚਾਹੀਦਾ ਆ, ਸ਼ਾਇਦ ਹੌਲੀ ਹੌਲੀ ਅਵੇਅਰਨੈਸ ਆਵੇ, ਹੌਲੀ ਹੌਲੀ ਸਾਡੇ ਲੋਕਾਂ ਦਾ ਮਾਈਂਡ ਸੈਟ ਚੇਂਜ ਹੋਵੇ। ਤੁਸੀਂ ਕੁੜੀਆਂ ਨੂੰ ਮਤਲਬ ਬੋਲਦੇ ਹੋ ਕਿ ਰਾਤ ਨੂੰ ਬਾਹਰ ਕਿਉਂ ਗਈਆਂ, ਰਾਤ ਨੂੰ ਫਿਲਮ ਦੇਖਣ ਕਿਉਂ ਗਈਆਂ, ਜਾਂ ਕੁਝ ਵੀ ਆ। ਜੇ ਮੁੰਡਿਆਂ ਦੀ ਪਰਸਨਲ ਲਿਬਰਟੀ ਆ ਤਾਂ ਪਰਸਨਲ ਲਿਬਰਟੀ ਕੁੜੀਆਂ ਦੀ ਵੀ ਹੈਗੀ ਆ, ਠੀਕ। ਵੈਲਿਊਜ਼ ਆ ਸਾਡੀ ਸੁਸਾਇਟੀ ਦੀਆਂ, ਉਹ ਸਾਰੀਆਂ ਚੀਜ਼ਾਂ ਮੰਨਦੇ ਆ, ਪਰ ਗੱਲ ਜੇ ਜਿੱਥੇ ਇਕੁਅਲ ਰਾਈਟਸ ਦੀ ਆਉਂਦੀ ਆ ਤਾਂ ਉੱਥੇ ਤੁਸੀਂ ਜੁਰਮ ਹੋਇਆ ਤੇ ਜੁਰਮ ਨੂੰ ਇਹ ਗੱਲ ਬੋਲ ਕੇ ਕਿ ਉਹਨਾਂ ਦੀ ਗਲਤੀ ਹੋਣੀ ਆ ਤੇ ਉਸ ਜੁਰਮ ਦੇ ਉੱਤੇ ਪਰਦਾ ਪਾਉਣਾ ਜਾਂ ਉਸ ਚੀਜ਼ ਨੂੰ ਪੈਸੀਫਾਈ ਕਰਨਾ ਗਲਤ ਆ। ਰੈਦਰ ਦੈਨ ਤੁਹਾਨੂੰ ਇਹ ਕਰਨਾ ਚਾਹੀਦਾ ਕਿ ਜੇ ਆਪਾਂ ਗੱਲ ਕਰੀਏ ਸਾਡੇ ਬॉयਜ਼ ਨੇ ਜਿਹੜੇ, ਅਸੀਂ ਆਪਣੇ ਮੁੰਡਿਆਂ ਨੂੰ ਇਹ ਪਰਵਰਿਸ਼ ਕਿਉਂ ਨਹੀਂ ਦਿੰਦੇ ਕਿ ਜੇ ਰਾਹ ਤੇ ਸੜਕ ਤੇ ਕੋਈ ਪ੍ਰੋਸਟੀਟਿਊਟ ਵੀ ਖੜੀ ਹੈ ਨਾ, ਪਤਾ ਨਹੀਂ ਕਿਹੜੀ ਮਜਬੂਰੀ ਦੇ ਵਿੱਚ ਉਹ ਇਹ ਜੇ ਰਾਹ ਦੇ ਉੱਤੇ ਤੁਰੀ ਹੋਣੀ ਆ, ਠੀਕ ਆ, ਉਹਨੂੰ ਵੀ, ਕਿਉਂਕਿ ਸਾਡੀ ਜਿਹੜੇ ਧਾਰਮਿਕ ਗ੍ਰੰਥ ਆ ਉਹ ਵੀ ਉਹਨਾਂ ਨੂੰ ਇੱਜ਼ਤ ਦੇਣ ਨੂੰ ਕਹਿੰਦੇ ਆ, ਠੀਕ, ਤੇ ਉਹ ਪਤਾ ਨਹੀਂ ਕਿਹੜੀ ਮਜਬੂਰੀ ਦੇ ਵਿੱਚ ਉੱਥੇ ਖੜੀ ਹੋਣੀ ਆ, ਉਹਨੂੰ ਤੁਸੀਂ ਕੋਈ ਨਹੀਂ ਹੈਗੇ ਵੀ ਉਹਨੂੰ ਜੱਜ ਕਰੋ, ਬਲਕਿ ਸਾਡਾ ਕਿਰਦਾਰ ਇੰਨਾ ਉੱਚਾ ਸੱਚਾ ਹੋਣਾ ਚਾਹੀਦਾ ਕਿ ਸਾਡੀ ਨਜ਼ਰ ਦੇ ਵਿੱਚ ਮਤਲਬ ਪਰਾਈ ਔਰਤ ਤੇ ਔਰਤ ਦੀ ਇੱਜ਼ਤ ਆ। ਮਤਲਬ ਇਹ ਨਹੀਂਗਾ ਕਿ ਕੋਈ ਸੜਕ ਤੇ ਰਾਤ ਨੂੰ ਖੜੀ ਹੈ ਜਾਂ ਤੁਰੀ ਜਾਂਦੀ ਆ ਉਹਨੂੰ ਅਸੀਂ ਉਹਦਾ ਕਰੈਕਟਰ ਅਸੈਸ, ਮਤਲਬ ਮੈਂ ਸਿਰਫ ਐਗਜ਼ਾਮਪਲ ਦੇ ਕੇ ਵਿਕਟਮ ਬਲੇਮਿੰਗ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਜਦੋਂ ਵੀ ਕੋਈ ਕੇਸਿਸ ਆਉਂਦੇ ਨੇ ਹਨਾ, ਉਹ ਸਾਰੇ ਮੋਸਟਲੀ ਇਹੋ ਜਿਹੇ ਹੁੰਦੇ ਆ। ਤਾਂ ਹੀ ਮੇਰਾ ਪਰਪਸ ਸੀਗਾ ਕਿ ਅੱਜ ਆ ਕੇ ਮੈਂ ਵਿਕਟਮ ਬਲੇਮਿੰਗ ਤੇ ਬੋਲਾਂ ਕਿ ਜੇ ਹੁਣ ਚਾਈਲਡ ਅਬਿਊਜ਼ ਹੋ ਗਿਆ, ਛੋਟੇ, ਸਾਡਾ ਫਰਜ਼ ਕੀ ਆ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ। ਸੋ ਉਹਨਾਂ ਨੂੰ ਪ੍ਰੋਟੈਕਟ ਕਰਨਾ ਤਾਂ ਸਭ ਤੋਂ ਪਹਿਲਾਂ ਕਿਸੇ ਵੀ ਜਿਹੜਾ ਵੀ ਜਿਹਨੇ ਜੁਰਮ ਕੀਤਾ ਉਹਨੂੰ ਸਜ਼ਾ ਦੇਣ ਤੋਂ ਪਹਿਲਾਂ ਸਾਡੇ ਲਈ ਕੀ ਆ ਕਿ ਜਿਹੜਾ ਉਹ ਵਿਕਟਮ ਆ ਉਹਦੀ ਜਿਹੜੀ ਹੈਗੀ ਆ ਮੈਂਟਲ ਸਟੇਟਸ ਆ ਉਹਨੂੰ ਠੀਕ ਕਰਨਾ। ਕਿਉਂਕਿ ਸਾਡਾ ਜੋ ਲਾਅ ਵੀ ਆ ਜਾਂ ਸਾਡੀਆਂ ਜਿਹੜੀਆਂ ਵੈਲਿਊਜ਼ ਵੀ ਆ ਉਹ ਵੀ ਕੀ ਕਹਿੰਦੀਆਂ ਨੇ ਕਿ ਜਿੱਥੇ ਕਿਤੇ ਜੁਰਮ ਹੁੰਦਾ, ਜੁਰਮ ਨੂੰ ਰੋਕ ਕੇ ਮੁਜਰਮ ਨੂੰ ਸਜ਼ਾ ਦੇਣ ਤੋਂ ਪਹਿਲਾਂ ਸਾਡੇ ਲਈ ਕੀ ਹੈ ਕਿ ਜਿਹੜਾ ਵਿਕਟਮ ਆ ਉਹਨੂੰ ਠੀਕ ਸਹੀ ਰੱਖਣਾ, ਠੀਕ ਹੈ ਜੀ। ਸੋ ਰਿਹੈਬਿਲਿਟੇਸ਼ਨ ਤੇ ਜਿਹੜੀ ਉਹਦੀ ਮੈਂਟਲ ਸਟੇਟ ਆ ਉਹਨੂੰ ਸਹੀ ਰੱਖਣਾ ਸਾਡੀ ਪਹਿਲੀ ਪ੍ਰਾਇੋਰਟੀ ਹੁੰਦੀ ਹੈ। ਇਸੇ ਲਈ ਜਿਹੜੇ ਚਾਈਲਡ ਰੇਪ ਵਿਕਟਮਸ ਹੋ ਗਏ ਜਾਂ ਵੈਸੇ ਜਿਹੜੇ ਰੀਅਲ ਰੇਪ ਵਿਕਟਮਸ ਹੁੰਦੇ ਆ ਉਹਨਾਂ ਲਈ ਕੰਪਨਸੇਸ਼ਨ ਹੁੰਦੀ ਆ ਜਿਹੜੀ ਉਹਨਾਂ ਨੂੰ ਮਿਲਦੀ ਆ, ਜੋ 50-50 ਲੱਖ ਕਰੋੜ ਰੁਪਇਆ ਤੱਕ ਵੀ ਕੰਪਨਸੇਸ਼ਨ ਆ ਉਹਨਾਂ ਨੂੰ ਮਿਲਦੀ ਆ, ਜੋ ਅਕਿਊਜ਼ ਪਾਰਟੀ ਵੱਲੋਂ ਪੇ ਕੀਤੀ ਜਾਂਦੀ ਆ, ਠੀਕ। ਸੋ ਉਹ ਹੁਣ ਵਿਕਟਮ ਬਲੇਮਿੰਗ ਦੇ ਨਾਲ ਕੀ ਹੁੰਦਾ ਹੈ ਕਿ ਪਹਿਲੀ ਗੱਲ ਹੁੰਦੇ ਆ ਉਹਨਾਂ ਦੇ ਵਿੱਚ ਉਹ ਜਿਹੜੇ ਅਸੌਲਟ ਹੁੰਦੇ ਆ ਉਹ ਨੋਨ ਵੱਲੋਂ ਹੁੰਦੇ ਨੇ, ਜਿਹੜੇ ਜਾਣਕਾਰ ਹੁੰਦੇ ਆ, ਜਿਹੜੇ ਜਾਣ ਪਛਾਣ ਚੋਂ ਲੋਕ ਹੁੰਦੇ ਆ। ਈਵਨ ਚਾਹੇ ਆਪਾਂ ਚਾਈਲਡ ਅਬਿਊਜ਼ ਨੂੰ ਦੇਖ ਲਈਏ, ਚਾਹੇ ਆਪਾਂ ਵੈਸੇ ਜਿਹੜੇ ਤਾਂ ਜਾਣਕਾਰ ਲੋਕ ਹੁੰਦੇ ਹੋਏ ਤਾਂ ਕੀ ਗੱਲ ਬੋਲੀ ਜਾਂਦੀ ਆ। ਮਤਲਬ ਮੈਂ ਸਿਰਫ ਇਹ ਜੋ ਕੋਟ ਆ ਉਹ ਹੁੰਦੀ ਆ, ਜੇ ਹਸਬੈਂਡ ਵਾਈਫ ਦੇ ਵਿੱਚ ਅਸੌਲਟ ਹੋਇਆ, ਮੰਨ ਲਓ ਹਸਬੈਂਡ, ਮੇਰੇ ਕੋਲ ਕਿਉਂਕਿ ਕੇਸ ਆਇਆ ਜਿੱਥੇ ਵਾਈਫ ਦੱਸਦੀ ਹੈ ਕਿ ਉਹਦਾ ਹਸਬੈਂਡ ਉਹਨੂੰ ਉਹਦੀ ਕੰਸੈਂਟ ਤੋਂ ਬਿਨਾਂ ਅਸੌਲਟ ਕਰਦਾ ਆ। ਹੁਣ ਲੋਕ ਕਹਿੰਦੇ ਕਿ ਹਸਬੈਂਡ ਵਾਈਫ ਆ ਫਿਰ ਕੀ ਆ, ਹਸਬੈਂਡ ਦਾ ਹੱਕ ਆ ਫਲਾਨਾ। ਹਸਬੈਂਡ ਦਾ ਕਿਸੇ ਦਾ ਵੀ ਕੋਈ ਵੀ ਹੱਕ ਦੋਨਾਂ ਦੀ ਮਰਜ਼ੀ ਦੇ ਨਾਲ ਆ, ਠੀਕ ਆ। ਮੈਨੂੰ ਸ਼ਾਇਦ ਕੁਝ ਲੇਡੀਜ਼ ਵੀ ਸੁਣ ਰਹੇ ਆ, ਮੁੰਡੇ ਵੀ ਸੁਣ ਰਹੇ ਹੋਣੇ ਆ, ਮਰਜ਼ੀ ਤੋਂ ਬਿਨਾਂ ਹਸਬੈਂਡ ਵੀ ਆਪਣੀ ਵਾਈਫ ਨੂੰ ਟੱਚ ਨਹੀਂ ਕਰ ਸਕਦਾ ਹੈਗਾ, ਕਿਉਂਕਿ ਮਰਜ਼ੀ ਆ।
ਸਮਝੇ ਤੁਸੀਂ। ਕੰਸੈਂਟ ਹੁੰਦੀ ਆ, ਨੋ ਹੁੰਦਾ ਆ। ਇਹ ਸਾਡੀ ਨੋ ਨੂੰ ਨਾ ਸਮਝਣ ਵਾਲੀ ਜਿਹੜੀ ਟੈਂਡੈਂਸੀ ਆ ਨਾ ਲੋਕਾਂ ਦੀ, ਉਹ ਸਿਸਟਮ ਆ ਜਿਹੜਾ ਖਰਾਬ ਕਰਦਾ ਆ। ਤੇ ਆਪਾਂ ਕਿਉਂਕਿ ਆਪਾਂ ਗੱਲ ਵਿਕਟਮ ਬਲੇਮਿੰਗ ਦੀ ਕਰ ਰਹੇ ਸੀਗੇ, ਤੇ ਮੈਂ ਵਿੱਚ ਕਿਉਂਕਿ ਬਹੁਤ ਵਾਸਟ ਆ ਟੌਪਿਕ, ਫਿਰ ਕਦੇ ਕਿੱਧਰ ਨੂੰ ਚਲੇ ਜਾਂਦੇ ਆ। ਸੋ ਜਿਹੜੀ ਜਦੋਂ ਵਿਕਟਮ ਬਲੇਮਿੰਗ ਹੁੰਦੀ ਆ, ਉਹਦੇ ਨਾਲ ਕੀ ਹੁੰਦਾ ਆ ਕਿ ਮੈਕਸਿਮਮ ਜਿਹੜੇ ਵਿਕਟਮਸ ਹੁੰਦੇ ਨੇ ਉਹ ਹਿੰਮਤ ਹੀ ਨਹੀਂ ਕਰ ਪਾਉਂਦੇ ਅੱਗੇ ਆਉਣ ਦੀ। ਹੁਣ ਜਿਵੇਂ ਪਿੱਛੇ ਜੇ ਜਲੰਧਰ ਵਾਲਾ ਕੇਸ ਹੋਇਆ ਸੀਗਾ, ਜਿਹੜਾ ਮੈਂ ਹੈਂਡਲ ਕੀਤਾ ਸੀਗਾ, ਛੋਟੀ ਬੱਚੀ ਵਾਲਾ, ਉਹਦੇ ਵਿੱਚ ਸਾਰਿਆਂ ਨੇ ਬੋਲਿਆ ਕਿ ਜਦੋਂ ਉਹਦਾ ਭਰਾ, ਕਈ ਲੋਕਾਂ ਦੀ ਮਤਲਬ ਦਿਸ ਵਾਸ ਮੈਂਟੈਲਿਟੀ ਕਿ ਜਦੋਂ ਉਹਦਾ ਭਰਾ ਉਹਦੇ ਨਾਲ ਅਸੌਲਟ ਕਰਦਾ ਸੀ ਉਦੋਂ ਕਿਉਂ ਨਹੀਂ ਬੋਲੀ। ਪਹਿਲੀ ਗੱਲ ਆ ਜੀ, ਜਦੋਂ ਛੋਟੇ ਬੱਚੇ ਹੁੰਦੇ ਆ, ਮੋਸਟਲੀ ਇਹੀ ਚੀਜ਼ ਹੁੰਦੀ ਹੈ, ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਉਹਨਾਂ ਨਾਲ ਕੀ ਹੋ ਰਿਹਾ ਆ। ਜਦ ਸਮਝ ਹੀ ਨਹੀਂ ਹੋਊਗੀ ਬੰਦਾ ਬੋਲੂਗਾ ਕੀ। ਫਿਰ ਦੂਜੀ ਗੱਲ ਹੁੰਦੀ ਆ, ਜਦੋਂ ਕੁੜੀਆਂ ਜਾਂ ਈਵਨ ਮੁੰਡੇ ਤਾਂ ਬਿਲਕੁਲ ਹੀ ਨਹੀਂ ਬੋਲ ਪਾਉਂਦੇ। ਪਹਿਲਾਂ ਆਪਾਂ ਕੁੜੀਆਂ ਦੀ ਗੱਲ ਕਰਦੇ ਆ। ਜਦੋਂ ਕੁੜੀਆਂ ਨਾਲ ਇਹੋ ਜਿਹਾ ਅਸੌਲਟ ਹੁੰਦਾ, ਉਹ ਬੋਲ ਕਿਉਂ ਨਹੀਂ ਪਾਉਂਦੀਆਂ ਹੈਗੀਆਂ? ਉਹਨਾਂ ਦੇ ਰੀਜ਼ਨਸ ਕੀ ਹੁੰਦੇ ਆ? ਰੀਜ਼ਨਸ ਉਹਨਾਂ ਦੇ ਇਹ ਹੁੰਦੇ ਆ ਕਿ ਸੋਸ਼ਲ ਜਿਹੜਾ ਸਟਿਗਮਾ ਆ, ਇੱਕ ਤਾਂ ਪਹਿਲਾਂ ਹੀ ਉਹ ਜਿਸ ਟਰਾਮੇ ਤੋਂ ਗੁਜ਼ਰ ਰਹੀਆਂ ਹੁੰਦੀਆਂ ਨੇ, ਜੋ ਉਹਦੇ ਨਾਲ ਹੁੰਦਾ ਆ, ਜੋ ਅਸੌਲਟ ਹੋਇਆ ਹੁੰਦਾ, ਉਹਦਾ ਟੈਰਰ ਉਹਦੇ ਦਿਮਾਗ ਨੂੰ ਬਹੁਤ ਜ਼ਿਆਦਾ ਅਪਸੈਟ ਕਰ ਦਿੰਦਾ ਆ। ਠੀਕ ਹੈ ਜੀ। ਤੇ ਫਿਰ ਉਸ ਚੀਜ਼ ਕਰਕੇ ਉਹਦੇ ਅੰਦਰ ਨਾ ਇੱਕ ਕਾਈਂਡ ਆਫ ਗਿਲਟ ਆ ਜਾਂਦੀ ਆ, ਇੱਕ ਕਾਈਂਡ ਆਫ ਆਪਾਂ ਕਹਿ ਲਓ ਕਿ ਆਪਣੇ ਆਪ ਨੂੰ ਗੰਦਾ ਫੀਲ ਹੋਣ ਲੱਗ ਜਾਂਦਾ ਆ। ਉਹ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਆ ਇਨਸਾਨ ਜਿਹੜਾ ਵਿਕਟਮ ਹੁੰਦਾ ਆ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਅੱਛਾ, ਜਿਹੜੇ ਅਸੌਲਟ ਦੇ ਸ਼ਿਕਾਰ ਮੁੰਡੇ ਹੁੰਦੇ ਨੇ, ਪਹਿਲਾਂ ਛੋਟੇ ਬੱਚੇ ਲਾ ਲਓ, ਉਹ ਟੋਟਲੀ ਅਨਨੈਚੁਰਲ ਹੁੰਦਾ ਆ। ਉਹ ਇੰਨੇ ਅਪਸੈਟ ਹੋ ਜਾਂਦੇ ਨੇ, ਉਹਨਾਂ ਦੀ ਸਾਈਕੋਲੋਜੀ ਇਸ ਹੱਦ ਤੱਕ ਮਤਲਬ ਖਰਾਬ ਹੋ ਜਾਂਦੀ ਆ ਕਿ ਜੇ ਆਪਾਂ ਚਾਈਲਡ ਸੈਕਸ ਅਬਿਊਜ਼ ਦੀ ਗੱਲ ਕਰੀਏ, ਕੁੜੀਆਂ ਨਾਲੋਂ ਜ਼ਿਆਦਾ ਟਰਾਮੇ 'ਚ ਮੁੰਡੇ ਜਾਂਦੇ ਨੇ। ਰੀਜ਼ਨ ਕਿਉਂਕਿ ਮੁੰਡਿਆਂ ਨਾਲ ਇਹ ਘੱਟ ਹੁੰਦਾ ਤੇ ਟੋਟਲੀ ਅਨਐਕਸੈਪਟੇਬਲ ਹੁੰਦਾ। ਉਹਨਾਂ ਨੂੰ ਬਿਲਕੁਲ ਸਮਝ ਨਹੀਂ ਹੁੰਦੀ ਕਿ ਸਾਡੇ ਨਾਲ ਅਸਲ ਦੇ ਵਿੱਚ ਹੋ ਕੀ ਰਿਹਾ ਆ। ਤੇ ਮੁੰਡੇ ਉਸ ਟਰਾਮੇ ਨੂੰ ਨਾ ਸਹਿੰਦੇ ਹੋਏ, ਮੈਕਸਿਮਮ ਕੀ ਹੁੰਦਾ ਕਿ ਉਹ ਬੱਚੇ ਆ ਜਿਹੜੇ ਜਾਂ ਜਿਹੜਾ ਵੀ ਮੁੰਡਾ ਵੱਡੀ ਉਮਰ ਦਾ ਵੀ ਹੋਊਗਾ, ਉਹ ਨਾ ਮੈਕਸਿਮਮ ਸੁਸਾਈਡ ਕਰ ਜਾਂਦੇ ਨੇ। ਠੀਕ ਹੈ, ਬੋਲ ਨਹੀਂ ਪਾਉਂਦੇ ਹੈਗੇ ਤੇ ਉਹ ਕੰਨੀ ਕਤਰਾਉਣ ਲੱਗ ਜਾਂਦੇ ਆ। ਉਹ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੇ ਖੁੱਲ ਕੇ, ਜਾਂ ਫਿਰ ਉਹਨਾਂ ਨੂੰ ਅਜੀਬ ਜਿਹੜੇ ਹੁੰਦੇ ਆ, ਉਹਨਾਂ ਨੂੰ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਹੋ ਜਾਂਦਾ ਆ, ਜਿਹਦੇ ਵਿੱਚ ਉਹਨਾਂ ਨੂੰ ਕਾਈਂਡ ਆਫ ਦੌਰੇ ਪੈਣ ਲੱਗ ਜਾਂਦੇ ਆ, ਜਾਂ ਉਹ ਬਿਨਾਂ ਗੱਲ ਤੋਂ ਐਂਗਜ਼ਾਈਟੀ ਹੋ ਜਾਂਦੀ ਆ, ਪੈਨਿਕ ਹੋਣ ਲੱਗ ਜਾਂਦੇ ਆ, ਉਹਨਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਦੱਸਣ ਦਾ ਜਿਹੜਾ ਮੇਰਾ ਪਰਪਸ ਸੀਗਾ, ਉਹ ਪਰਪਸ ਇਹ ਆ ਕਿ ਸਾਡੀ ਸੁਸਾਇਟੀ ਨੂੰ ਆਪਣੀ ਸੋਚ ਵਿਕਟਮ ਬਲੇਮਿੰਗ ਤੋਂ ਛੱਡ ਕੇ, ਜਾਂ ਜਿਵੇਂ ਵੀ ਆਪਣੇ ਲੋਕ ਸੋਚਦੇ ਆ ਜੀ ਆਹ ਚੀਜ਼ ਆ ਉਹ ਚੀਜ਼ ਆ, ਮਤਲਬ ਆਦਤ ਬਣ ਗਈ ਆ ਨਾ ਵਿਹਲੇ ਬੈਠ ਕੇ ਆਪਣੀਆਂ ਆਪਾਂ ਨੂੰ ਜੱਜਮੈਂਟ ਦੇਣ ਦੀ, ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਸੋਸ਼ਲ ਰਿਸਪੌਂਸਿਬਿਲਿਟੀ ਆ ਸਾਡੀ ਸੁਸਾਇਟੀ ਦੀ ਕਿ ਸਾਨੂੰ ਜੱਜ ਨਹੀਂ ਕਰਨਾ ਚਾਹੀਦਾ। ਜਦੋਂ ਲੋਕ ਜੱਜ ਕਰਨ ਦੀ ਕੋਸ਼ਿਸ਼ ਕਰਦੇ ਆ, ਹੋ ਸਕਦਾ ਕਈ ਕੇਸਿਸ ਫੇਕ ਹੁੰਦੇ ਨੇ, ਪਰ ਹਰ ਕੇਸ ਫੇਕ ਨਹੀਂ ਹੁੰਦਾ। ਜਿਹੜੇ ਅਸਲ ਕੇਸ ਹੁੰਦੇ ਆ ਉਹ ਮੋਸਟਲੀ ਆਉਂਦੇ ਨਹੀਂ। ਠੀਕ ਆ। ਸੋ ਇਹ ਜਿਹੜਾ ਇਫੈਕਟ ਹੁੰਦਾ, ਇਸ ਇਫੈਕਟ ਕਰਕੇ ਕੀ ਆ ਕਿ ਕੇਸ ਰਜਿਸਟਰਡ ਨਹੀਂ ਹੁੰਦੇ। ਠੀਕ, ਮੈਂ ਦੱਸਿਆ ਹੀ ਆ ਕਿ ਪੋਸਟ ਟਰਾਮੈਟਿਕ ਡਿਸਆਰਡਰ ਹੋ ਜਾਂਦਾ ਆ। ਉਹ ਜਿਹੜਾ ਹੌਰੀਬਲ ਐਕਟ ਮਤਲਬ ਐਕਟ ਹੋਇਆ ਹੁੰਦਾ, ਉਸ ਚੋਂ ਬਾਹਰ ਨਹੀਂ ਆ ਪਾਉਂਦੇ। ਜਿਹੜੇ ਉਹਨਾਂ ਦੀ ਜਿਹੜੀ ਫਿਊਚਰ ਜਿਹੜੀ ਲਾਈਫ ਹੁੰਦੀ ਆ ਉਹ ਸਪੋਇਲ ਹੋ ਜਾਂਦੀ ਆ। ਹੁਣ ਜਦੋਂ ਕੁੜੀ ਦੇ ਨਾਲ ਜੇ ਕੋਈ ਇਹੋ ਜਿਹਾ ਕੁਛ ਹੁੰਦਾ, ਛੋਟੀ ਆ ਜਾਂ ਵੱਡੀ ਆ, ਉਹਨੂੰ ਕਹਿ ਦਿੱਤਾ ਜਾਂਦਾ ਤੇਰਾ ਵਿਆਹ ਨਹੀਂ। ਹੁਣ ਮੇਰੇ ਕੋਲ ਨਾ ਜਦੋਂ ਮਾਨਸੇ ਦਾ ਕੇਸ ਸੀਗਾ, ਤਾਂ ਉਹਦੀ ਬੱਚੀ ਦੀ ਮਦਰ ਤੇ 3.5 ਸਾਲ ਦੀ ਬੱਚੀ ਸੀਗੀ। ਉਹਦੀ ਮਦਰ ਨੂੰ ਉਹਦੇ ਗਵਾਂਢੀ ਕਹਿੰਦੇ ਤੁਸੀਂ ਨਾ ਇਸ ਮਸਲੇ ਨੂੰ ਇੱਥੇ ਹੀ ਖਤਮ ਕਰ ਦਿਓ। ਜੇ ਤੁਸੀਂ ਇਸ ਮਸਲੇ ਨੂੰ ਕੋਰਟਾਂ ਕਚਹਿਰੀਆਂ ਤੱਕ ਲੈ ਕੇ ਜਾਓਗੇ, ਕੱਲ ਨੂੰ ਬੱਚੀ ਵੱਡੀ ਹੋਊਗੀ, ਉਹਦਾ ਵਿਆਹ ਨਹੀਂ ਹੋਣਾ। ਬੱਚੀ 3.5 ਸਾਲ ਦੀ ਆ, ਵਿਆਹ ਦੀ ਫਿਕਰ ਪੈ ਗਈ। ਇਹੀ ਚੀਜ਼ ਹੋਈ ਜਲੰਧਰ ਵਾਲੇ ਕੇਸ ਦੇ ਵਿੱਚ, ਇਹੀ ਚੀਜ਼ ਵਾਂ ਵਾਲੇ ਕੇਸ ਦੇ ਵਿੱਚ ਹੋਈ। ਜਿਹੜਾ ਮੈਂ ਦੱਸਿਆ ਸੀ ਪਿੰਡ ਵਾਂ ਵਾਲਾ, ਉਹਦੀ ਵੀ ਆਲਮੋਸਟ ਇਨਵੈਸਟੀਗੇਸ਼ਨ ਫਿਨਿਸ਼ ਹੋਣ ਵਾਲੀ, ਉੱਥੇ ਵੀ ਹੁਣ FIR ਰਜਿਸਟਰ ਹੋ ਜੂਗੀ। ਠੀਕ, ਸੋ ਉੱਥੇ ਵੀ ਇਹੋ ਚੀਜ਼ ਹੋਈ ਕਿ ਜਦੋਂ ਕਿਤੇ ਕੁੜੀ ਵਾਲਾ ਕੇਸ ਹੁੰਦਾ, ਕਹਿਣਗੇ ਜੀ ਕੁੜੀ ਦਾ ਵਿਆਹ ਨਹੀਂ ਹੋਊਗਾ। ਕੁੜੀ ਨੂੰ ਸੁਸਾਇਟੀ ਗਲਤ ਨਜ਼ਰ ਨਾਲ ਦੇਖਣ ਲੱਗ ਜਾਂਦੀ ਆ। ਠੀਕ ਆ, ਵਿਕਟਮ ਇਜ਼ ਅ ਵਿਕਟਮ। ਫਿਰ ਹੁਣ ਆਪਾਂ ਆ ਜਾਓ, ਦੇਖੋ ਮੈਂ ਵੀ ਇਸ ਚੀਜ਼ ਦੇ ਉੱਤੇ ਕਰਦੀ ਹਾਂ ਕਿ ਜਦੋਂ ਡੋਮੈਸਟਿਕ ਵਾਇਲੈਂਸ ਹੁੰਦੀ ਆ, ਡੋਮੈਸਟਿਕ ਵਾਇਲੈਂਸ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਜਿਹੜੇ DB ਐਕਟ ਦੇ ਹੋ ਗਏ ਜਾਂ ਡੋਰੀ ਐਕਟ ਦੇ ਜਿਹੜੇ ਲਾਜ਼ ਨੇ, ਉਹਨਾਂ ਦਾ ਕੁੜੀਆਂ ਵੱਲੋਂ ਮਿਸਯੂਜ਼ ਹੁੰਦਾ ਆ।
ਐਮ 100% ਐਗਰੀ ਇਸ ਚੀਜ਼ ਤੇ, ਹੈ ਨਾ, ਮੈਂ ਮੰਨਦੀ ਹਾਂ ਇਸ ਚੀਜ਼ ਨੂੰ। ਬਟ ਜਿੱਥੇ ਇਸ ਚੀਜ਼ ਦਾ ਨਹੀਂ ਹੁੰਦਾ ਉੱਥੇ ਵੀ ਕੁੜੀਆਂ ਨੂੰ ਬਿਨਾਂ ਗੱਲ ਤੋਂ ਗੁਨਾਹਗਾਰ ਇਹ ਬੋਲ ਦਿੱਤਾ ਜਾਂਦਾ। ਮੰਨ ਲਓ ਜਸਟ ਸਪੋਜ਼, ਹੈ ਨਾ, ਇੱਕ ਕੁੜੀ ਦਾ ਇੱਕ ਜਗ੍ਹਾ ਤੇ ਵਿਆਹ ਹੋਇਆ, ਬੰਦਾ ਗਲਤ ਮਿਲ ਗਿਆ, ਦੂਜੀ ਜਗ੍ਹਾ ਤੇ ਵਿਆਹ ਹੋਇਆ, ਯਾਰ ਕਿਸਮਤ ਨਾਲ ਉਹ ਬੰਦਾ ਵੀ ਗਲਤ ਮਿਲ ਗਿਆ, ਫਿਰ ਤੀਜੀ ਜਗ੍ਹਾ ਤੇ ਘਰਦਿਆਂ ਨੇ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਉਹ ਆਪ ਹੀ, ਮੇਰੇ ਕੋਲ ਇੱਕ ਇਦਾਂ ਦਾ ਕੇਸ ਵੀ ਹੈਗਾ, ਹੈ ਨਾ, ਉਹ ਕੁੜੀ ਸੱਚੀ ਮੁੱਚੀ, ਮਤਲਬ ਮੈਂ ਵੈਰੀਫਾਈ ਕੀਤਾ, ਪਹਿਲਾਂ ਮੈਂ ਵੀ ਸ਼ੱਕ ਨਾਲ ਦੇਖਿਆ, ਵੈਰੀਫਾਈ ਕੀਤਾ, ਕੁੜੀ ਬਿਲਕੁਲ ਸਹੀ ਆ, ਠੀਕ ਆ, ਉਹ ਦੂਜੀ ਜਗ੍ਹਾ ਦੇ ਉੱਤੇ ਵਿਆਹੀ ਗਈ, ਫਿਰ ਉਹ ਕੰਪਰੋਮਾਈਜ਼ ਕਰਨ ਲੱਗ ਗਈ ਕਿ ਨਹੀਂ ਮੇਰਾ ਦੂਜੀ ਵਾਰ ਵਿਆਹ ਹੋਇਆ, ਮੈਂ ਮਤਲਬ ਨਹੀਂ ਆ, ਪਰ ਉਹ ਮੁੰਡੇ ਨੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੱਕ ਕੇ ਉਹ ਬਾਹਰ ਚਲਿਆ ਗਿਆ ਉਹਦੇ ਬੇਸਿਸ ਤੇ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ, ਇਹ ਚੀਜ਼ਾਂ ਵੀ ਹੁੰਦੀਆਂ ਨੇ, ਤੇ ਉਹਦੇ ਵਿੱਚ ਵੀ ਸੁਸਾਇਟੀ ਪਤਾ ਕੀ ਕਹਿੰਦੀ ਆ, ਇਹਦਾ ਰਿਸ਼ਤਾ ਟੁੱਟਿਆ ਆ, ਇਹਦਾ ਡਾਈਵੋਰਸ ਹੋ ਗਿਆ, ਕੁੜੀ ਦੀ ਗਲਤੀ ਹੋਣੀ ਆ, ਮੁੰਡੇ ਦਾ ਕਸੂਰ ਕਦੇ ਨਹੀਂ ਕੱਢਦੇ ਹੈਗੇ, ਠੀਕ ਆ। ਮੈਨੂੰ ਹੀ ਨਹੀਂ ਸਮਝ ਆਉਂਦੀ ਸਾਡੀ ਜਿਹੜੀ ਸੁਸਾਇਟੀ ਆ ਇਹਨੂੰ ਇਹ ਹੱਕ ਕਿਹਨੇ ਦਿੱਤਾ ਹੈਗਾ ਇਹ ਗੱਲਾਂ ਬੋਲਣ ਦਾ। ਸੋ ਸਾਡੀ, ਮੇਰਾ ਇੱਥੇ ਲਾਈਵ ਆ ਕੇ ਬੋਲਣ ਦਾ ਵੀ ਬੇਸਿਕ ਪਰਪਸ ਇਹੀ ਆ ਕਿ ਸ਼ਾਇਦ ਸਾਰਿਆਂ ਦੇ ਨਹੀਂ, ਕਿਸੇ ਨਾ ਕਿਸੇ ਦੇ ਦਿਮਾਗ ਦੇ ਉੱਤੇ ਤਾਂ ਇਹ ਗੱਲ ਜਾਏਗੀ ਕਿ ਇਹ ਜਿਹੜੀ ਵਿਕਟਮ ਬਲੇਮਿੰਗ ਹੈ ਇਹ ਸਾਨੂੰ ਬੰਦ ਕਰਨੀ ਚਾਹੀਦੀ ਹੈ। ਤੁਸੀਂ ਤਾਂ ਆਪਣੇ ਇੱਕ ਬਿਆਨਬਾਜ਼ੀ ਕਰਤੀ, ਤੁਹਾਡੀ ਬਿਆਨਬਾਜ਼ੀ ਦਾ ਅਸਰ ਕਿਸ ਹੱਦ ਤੱਕ ਜਾਣਾ ਆ ਕਿਸੇ ਦੇ ਉੱਤੇ, ਇਹ ਸੋਚਣ ਵਾਲੀ ਗੱਲ ਹੁੰਦੀ ਆ। ਜਦੋਂ ਵਿਕਟਮ ਬਲੇਮਿੰਗ ਕਰਦੇ ਹੋ, ਮੈਂ ਪਹਿਲਾਂ ਹੀ ਦੱਸਿਆ ਕਿ ਉਸ ਚੀਜ਼ ਦਾ ਇਫੈਕਟ ਕੀ ਹੁੰਦਾ ਆ, ਠੀਕ ਆ, ਉਸ ਇਫੈਕਟ ਦੇ ਕਰਕੇ ਉਹ ਮੈਂਟਲ ਟਰਾਮੇ 'ਚ ਚਲੇ ਜਾਂਦੇ ਆ, ਠੀਕ ਆ, ਸੋਸ਼ਲ ਸ਼ੇਮ ਉਹਨਾਂ ਨੂੰ ਫੀਲ ਹੋਣ, ਇੱਕ ਕਾਈਂਡ ਆਫ ਗਿਲਟ ਦੇ ਵਿੱਚ ਆ ਜਾਂਦੇ ਨੇ। ਉਹ ਗਿਲਟ ਨੂੰ ਕੌਣ ਦੂਰ ਕਰੂਗਾ? ਮੈਂ ਇਹੋ ਜਿਹੇ ਮਤਲਬ ਕੁੜੀਆਂ ਨੂੰ ਜਾਣਦੀ ਹਾਂ ਜਿਹੜੀਆਂ ਜੇ ਮਿਊਚੁਅਲ ਰਿਲੇਸ਼ਨਸ਼ਿਪ ਦੇ ਵਿੱਚ ਵੀ ਗਈਆਂ, ਉਹ ਆਪਣੇ ਆਪ ਨੂੰ ਟੋਟਲੀ ਅਪਸੈਟ ਫੀਲ ਕਰਨ ਲੱਗ ਜਾਂਦੀਆਂ ਨੇ, ਠੀਕ ਆ। ਜਿਹੜੀਆਂ ਕੁੜੀਆਂ ਨਾਲ ਇਹੋ ਜਿਹਾ ਕੁਝ ਹੋਇਆ, ਉਹਨਾਂ ਦੀ ਐਂਗਜ਼ਾਈਟੀ ਇਸ ਲੈਵਲ ਤੱਕ ਦੀ ਹੁੰਦੀ ਹੈ ਕਿ ਉਹ ਸਾਰਾ ਦਿਨ ਵਾਸ਼ਰੂਮ 'ਚ ਵੜ ਕੇ ਆਪਣੇ ਆਪ ਨੂੰ ਧੋਂਦੇ ਰਹਿਣਗੇ। ਕਿਸੇ ਨੇ ਬਾਂਹ ਟੱਚ ਕੀਤੀ, ਗਲਤ ਤਰੀਕੇ ਨਾਲ ਟੱਚ ਕੀਤਾ, ਆਪਣੀ ਬਾਂਹ ਨੂੰ, ਆਪਣੇ ਮਤਲਬ ਸਰੀਰ ਨੂੰ ਧੋਈ ਜਾਣਗੇ ਕਿ ਮੇਰਾ ਸਰੀਰ ਗੰਦਾ ਹੋ ਗਿਆ ਬਿਕਾਜ਼ ਦੈਟ ਪਰਸਨ ਟੱਚਡ ਮੀ ਵਿਦਆਊਟ ਮਾਈ ਪਰਮਿਸ਼ਨ, ਠੀਕ। ਸੋ ਇਹ ਚੀਜ਼ਾਂ ਨਾ ਅੰਡਰਸਟੈਂਡ ਕਰਨ ਦੀ ਲੋੜ ਆ ਸਾਨੂੰ। ਜੇ ਅਸੀਂ ਆਪਣੀ ਸੁਸਾਇਟੀ ਨੂੰ ਸਹੀ ਬਣਾਉਣਾ ਆ ਤਾਂ ਸਾਨੂੰ ਹਰੇਕ ਦੀ ਮੈਂਟਲ ਸਟੇਟਸ ਨੂੰ ਸਮਝਣਾ ਪਊਗਾ, ਤੇ ਜਿਹੜਾ ਜੁਰਮ ਆ, ਜੁਰਮ ਨੂੰ ਜੁਰਮ ਹੋ ਕੇ ਦੇਖਣਾ ਪਊਗਾ। ਸਾਨੂੰ ਆਪਣੀਆਂ ਜੱਜਮੈਂਟ ਦੇਣੀਆਂ ਬੰਦ ਕਰਨੀਆਂ ਪੈਣਗੀਆਂ। ਜਦੋਂ ਸਾਡੇ ਲੋਕ ਜੱਜਮੈਂਟ ਦਿੰਦੇ ਨੇ, ਉਹਦੇ ਕਰਕੇ ਤੁਸੀਂ ਤਾਂ ਆਪਣੇ ਲੋਕਾਂ ਨੇ ਕੀ ਆ, ਜੇ ਆਪਾਂ ਜਸਟ ਫੋਰ ਐਗਜ਼ਾਮਪਲ, ਹੈ ਨਾ, ਕਿ ਆਪਾਂ ਇੱਕ ਫੇਸਬੁੱਕ ਦੇ ਉੱਤੇ ਲਾਈਵ ਪਾਇਆ ਜਾਂ ਤੇ ਆ ਕੇ ਬੋਲਤਾ ਤੇ ਕਮੈਂਟ ਹੀ ਦਿੱਤਾ ਆ, ਉਹ ਤੁਹਾਡੀ ਇੱਕ ਕਮੈਂਟ ਦਾ ਕੀ ਪਤਾ ਕਿਸੇ ਤੇ ਇੰਨਾ ਮਾੜਾ ਅਸਰ ਹੋ ਜਾਣਾ ਕਿ ਉਹ ਜਿਹੜੀ ਵੀ ਲੇਡੀ ਆ ਜਾਂ ਉਹ ਬੰਦਾ ਆ, ਉਹ ਸੁਸਾਈਡ ਕਰਨ ਤੱਕ ਚਲਿਆ ਜਾਵੇ, ਕਿਸੇ ਦੀ ਜ਼ਿੰਦਗੀ ਤਬਾਹ ਹੋ ਜਾਏ। ਪਰ ਇਹੀ ਆ ਕਿ ਜੇ ਤੁਸੀਂ ਉਸ ਨੂੰ ਪੋਜ਼ਿਟਿਵ ਵੇ ਨਾਲ ਲਓਗੇ ਤਾਂ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ। ਸੋ ਮੇਰਾ ਲਾਈਵ ਆਉਣ ਦਾ ਵਿਕਟਮ ਬਲੇਮਿੰਗ ਦੇ ਉੱਤੇ ਪਰਪਸ ਇਹੀ ਸੀਗਾ ਕਿ ਵਿਕਟਮ ਬਲੇਮਿੰਗ ਬੰਦ ਕਰਨੀ ਚਾਹੀਦੀ ਆ, ਚੀਜ਼ਾਂ ਨੂੰ ਸਮਝਣਾ ਚਾਹੀਦਾ ਆ ਤਾਂ ਕਿ ਜੋ ਇਹ ਸਿਚੁਏਸ਼ਨ ਉਹਨਾਂ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਜਾਵੇ। ਅੱਜ ਉਹ ਟਾਈਮ ਨਹੀਂ ਹੈਗਾ ਕਿ ਅਸੀਂ ਸਾਈਕੋਲੋਜੀ ਆ ਜਿਹੜੀ ਉਹਨੂੰ ਇਗਨੋਰ ਕਰ ਦਈਏ। ਸਾਨੂੰ ਸਾਰਿਆਂ ਨੂੰ ਸਾਈਕੋਲੋਜੀ ਅੰਡਰਸਟੈਂਡ ਕਰਨੀ ਪਊਗੀ। ਮੈਨੂੰ ਪਤਾ ਬਹੁਤੇ ਲੋਕਾਂ ਤੇ ਇਸ ਗੱਲ ਦਾ ਅਸਰ ਨਹੀਂ ਹੋਊਗਾ, ਪਰ ਮੇਰਾ ਮਕਸਦ ਹੈ ਕਿ ਮੇਰੇ ਕੋਲ ਅਗਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਟਰੋਂਗ ਆਡੀਅנס ਹੈਗੀ ਆ ਤਾਂ ਮੈਂ ਹਮੇਸ਼ਾ ਇਹ ਟੌਪਿਕ ਦੇ ਉੱਤੇ ਗੱਲ ਕਰਦੀ ਰਵਾਂ ਤਾਂ ਕਿ ਇੱਕ ਤੇ ਨਹੀਂ, ਦੋ ਤੇ ਨਹੀਂ, ਕਿਸੇ ਦੇ ਉੱਤੇ ਤਾਂ ਅਸਰ ਹੋਊਗਾ। ਦੂਜੀ ਗੱਲ, ਮੈਂ ਜਿਹੜੇ ਵੀ ਵਿਕਟਮਸ ਹੁੰਦੇ ਆ ਉਹਨਾਂ ਨੂੰ ਇਹ ਗੱਲ ਕਹੂੰਗੀ ਕਿ ਜੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਤੁਹਾਨੂੰ ਕਿਸੇ ਦੀਆਂ ਵੀ ਗੱਲਾਂ ਨੂੰ ਆਪਣੇ ਮਨ ਦੇ ਉੱਤੇ ਲਾਉਣ ਦੀ ਲੋੜ ਨਹੀਂਗੀ। ਤੁਹਾਡਾ ਜੋ ਧਿਆਨ ਆ ਸਿਰਫ ਤੁਹਾਡੇ ਟਾਰਗੇਟ ਤੇ ਹੋਣਾ ਚਾਹੀਦਾ ਆ। ਤੇ ਇੱਕ ਮਾਪਿਆਂ ਨੂੰ ਕਿ ਜੇ ਬੱਚਾ, ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਜਾਂ ਕੋਈ ਵੀ ਆ, ਜੋ ਵੀ ਵਿਕਟਮ ਬਣਦਾ ਆ, ਜਿਹੜਾ ਵੀ ਵਿਕਟਮ ਬਣਦਾ ਆ, ਉਸ ਪਾਸੇ ਤੁਹਾਨੂੰ ਮਤਲਬ ਉਹਨੂੰ ਸੁਸਾਇਟੀ ਦਾ ਪੁਆਇੰਟ ਆਫ ਵਿਊ ਸਾਈਡ ਤੇ ਰੱਖ ਕੇ ਤੁਹਾਨੂੰ ਉਹਦੀ ਸਾਈਕੋਲੋਜੀ ਨੂੰ ਅੰਡਰਸਟੈਂਡ ਕਰਕੇ ਚੱਲਣਾ ਚਾਹੀਦਾ ਆ। ਦੂਜੀ ਗੱਲ ਹੈਗੀ ਆ ਕਿ ਤੁਹਾਨੂੰ ਉਹਦੀ ਰਿਹੈਬਿਲਿਟੇਸ਼ਨ ਤੇ ਧਿਆਨ ਦੇਣਾ ਪਊਗਾ। ਤੁਹਾਨੂੰ ਇਹ ਦੇਖ ਕੇ ਕਿ ਲੋਕ ਕੀ ਬੋਲਦੇ ਆ, ਸੋਸ਼ਲ ਸਟਿਗਮਾ ਕੀ ਆ, ਦੁਨੀਆ ਕੀ ਬੋਲਣ ਵਾਲੀ ਆ, ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਤੁਹਾਨੂੰ ਹੌਸਲੇ ਨਾਲ ਇਹ ਕਰਨਾ ਪਊਗਾ ਕਿ ਦੁਨੀਆ ਜੋ ਕਹਿੰਦੀ ਆ ਕਹਿਣ ਦੇ, ਮੈਂ ਕੀ ਕਰਨਾ ਮੈਨੂੰ ਪਤਾ ਆ, ਮੈਂ ਸਹੀ ਆ ਤਾਂ ਮੈਂ ਸਹੀ ਹੋ ਕੇ ਚੱਲਣਾ ਆ। ਸੋ ਇਹ ਵਿਕਟਮ ਦੇ ਮਨ ਦੇ ਵਿੱਚ ਪਾਉਣਾ ਪਊਗਾ, ਉਹਦੇ ਅੰਦਰ ਉਹ ਜਿਹੜੀ ਫਾਈਟਿੰਗ ਸਪਿਰਿਟ ਆ ਨਾ ਉਹ ਲਿਆਉਣੀ ਪਊਗੀ ਤਾਂ ਕਿ ਉਹਨੂੰ ਲੜਨ ਦੇ ਲਈ ਕਿਸੇ ਦੀ ਲੋੜ ਨਾ ਪਵੇ, ਉਹ ਆਪਣੇ ਆਪ ਆਪਣੇ ਲਈ ਸਟਰੋਂਗ ਹੋ ਕੇ ਲੜਨ ਨੂੰ ਤਿਆਰ ਹੋਵੇ, ਠੀਕ ਹੈ ਜੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਸਮਝਣੀਆਂ, ਤੇ ਉਮੀਦ ਆ ਕਿ ਇਹ ਗੱਲਾਂ ਨੂੰ ਜਿਹੜੇ ਵੀ ਸਮਝ ਸਕਦੇ ਆ ਉਹ ਸਮਝਣਗੇ ਤੇ ਜੋ ਜ਼ਿੰਦਗੀ 'ਚ ਇਹਨੂੰ ਅਪਲਾਈ ਕਰ ਸਕਦੇ ਇਹਨੂੰ ਅਪਲਾਈ ਕਰਨਗੇ, ਤੇ ਵਿਕਟਮ ਬਲੇਮਿੰਗ ਨੂੰ ਅਸੀਂ ਬੰਦ ਕਰਕੇ
ਇੱਕ ਆਪਣੀ ਜਿਹੜੀ ਸੁਸਾਇਟੀ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ। ਅਸੀਂ ਜਿਹੜੇ ਵੈਸਟਰਨ ਕੰਟਰੀਜ਼ ਆ ਉਹਨਾਂ ਦੀਆਂ ਮਾੜੀਆਂ ਚੀਜ਼ਾਂ ਬੜੀ ਜਲਦੀ ਅਡਾਪਟ ਕਰਦੇ ਆ, ਪਰ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਜਿਹੜੀ ਉਹ ਸਾਈਕੋਲੋਜੀ ਦੇ ਉੱਤੇ ਧਿਆਨ ਦਿੰਦੇ ਆ, ਉਹਦੇ ਤੇ ਅਸੀਂ ਧਿਆਨ ਨਹੀਂ ਦਿੰਦੇ। ਸੋ ਇਹਨਾਂ ਚੀਜ਼ਾਂ ਤੇ ਮਤਲਬ ਧਿਆਨ ਦੇਣ ਦੀ ਲੋੜ ਆ। ਦੂਜੀ ਗੱਲ, ਇੱਕ ਗੱਲ ਹੋਰ ਹੁੰਦੀ ਆ, ਜਿਵੇਂ ਦੋ ਮੁੰਡਾ ਕੁੜੀ ਦਾ ਰਿਲੇਸ਼ਨ ਆ ਜਾਂ ਕੋਈ ਵੀ ਚੀਜ਼ ਆ ਹਨਾ, ਉਹਦੇ 'ਚ ਇੱਕ ਚੀਜ਼ ਇਹ ਵੀ ਮੰਨੀ ਜਾਂਦੀ ਆ ਕਿ ਜੇ ਮਤਲਬ ਇਹ ਵੀ ਉਲਟਾ ਆ ਕਿ ਮੁੰਡਾ ਕੁੜੀ ਦੋ ਜਣੇ, ਕੁੜੀ ਮੁੰਡਾ ਸ਼ਰੀਫ ਹੋ ਸਕਦਾ ਆ ਤੇ ਕੁੜੀ ਨੇ ਉਹਦੇ ਤੇ ਇਲਜ਼ਾਮ ਲਾਤਾ। ਕੁੜੀ ਨੇ ਜਦੋਂ ਮੁੰਡੇ ਦੇ ਉੱਤੇ ਇਲਜ਼ਾਮ ਲਾਤਾ ਤਾਂ ਆਪਣੇ ਜਿਹੜੇ ਲੋਕਾਂ ਦੇ ਮਾਈਂਡ ਸੈਟ ਆ, ਜੀ ਮੁੰਡਾ ਆ ਤਾਂ ਮੁੰਡਾ ਗਲਤ ਹੀ ਹੋਊਗਾ, ਮੁੰਡੇ ਨੇ ਛੇੜਿਆ ਹੀ ਹੋਣਾ ਕੁੜੀ ਨੂੰ। ਇਹ ਚੀਜ਼ ਵੀ ਗਲਤ ਆ। ਬਹੁਤ ਜਗ੍ਹਾ ਤੇ ਕੁੜੀਆਂ ਵੀ ਗਲਤ ਹੁੰਦੀਆਂ ਨੇ, ਸਾਨੂੰ ਉਸ ਪਾਸੇ ਵੀ ਧਿਆਨ ਦੇਣਾ ਪਊਗਾ। ਸੋ ਹਰ ਜਗ੍ਹਾ ਦੇ ਉੱਤੇ ਕੁੜੀ ਸਹੀ ਨਹੀਂ ਹੋ ਸਕਦੀ, ਹਰ ਜਗ੍ਹਾ ਤੇ ਮੁੰਡਾ ਸਹੀ ਨਹੀਂ ਹੋ ਸਕਦਾ। ਸੋ ਸਾਨੂੰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਬੈਲੈਂਸ ਕਰਨਾ ਪਊਗਾ। ਮੈਂ ਉਹੀ ਗੱਲ ਕਹਿੰਦੀ ਆ ਕਿ ਆਪਦੀ ਜੱਜਮੈਂਟ ਦੇਣ ਤੋਂ ਪਹਿਲਾਂ ਸਾਨੂੰ ਬੈਲੈਂਸ ਕਰਕੇ ਚੀਜ਼ਾਂ ਵੈਰੀਫਾਈ ਕਰਨੀਆਂ ਪੈਣਗੀਆਂ ਕਿ ਅਸਲ ਸਹੀ ਗੱਲ ਕੀ ਆ, ਗਲਤ ਗੱਲ ਕੀ ਆ। ਸੋ ਜਦ ਤੱਕ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਨਹੀਂ ਚੱਲਾਂਗੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਸਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਕਦੇ ਵੀ ਸੌਰਟ ਆਊਟ ਨਹੀਂ ਹੋਣਗੀਆਂ। ਤੇ ਜੇ ਅਸੀਂ ਇੱਕ ਬੈਟਰ ਸੁਸਾਇਟੀ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹਾਂ, ਅਸੀਂ ਆਪਣੇ ਪੰਜਾਬ ਨੂੰ, ਆਪਣੀ ਸੁਸਾਇਟੀ ਨੂੰ ਅੱਗੇ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਫਿਰ ਤੁਹਾਨੂੰ, ਸਾਨੂੰ ਸਭ ਨੂੰ ਇਹ ਗੱਲ ਸੋਚਣੀ ਪਊਗੀ ਕਿ ਸਾਡੀ ਪਹਿਲਾਂ ਜਿਹੜੀ ਸਾਈਕੋਲੋਜੀ ਆ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਆ। ਸਾਨੂੰ ਮਤਲਬ ਇੱਕ ਵਿਕਟਮ ਦੀ ਵੀ, ਸਾਨੂੰ ਇੱਕ ਅਕਿਊਜ਼ ਦੀ ਵੀ ਜਿਹੜੀ ਸਾਈਕੋਲੋਜੀ ਆ ਉਹਨੂੰ ਅੰਡਰਸਟੈਂਡ ਕਰਨਾ ਪਊਗਾ। ਸੋ ਇਹ ਚੀਜ਼ਾਂ ਜ਼ਰੂਰੀ ਡਿਸਕਸ਼ਨ ਸੀਗੀਆਂ, ਤਾਂ ਕਰਕੇ ਮੈਂ ਕੀਤੀ ਆ। ਨੈਕਸਟ ਸੰਡੇ ਆਪਾਂ ਕਿਸੇ ਹੋਰ ਟੌਪਿਕ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਡਿਸਕਸ਼ਨ ਕਰਾਂਗੇ। ਮੇਰੀ ਮੋਸਟਲੀ ਹੈਗਾ ਆ ਕਿ ਮੈਂ ਨੈਕਸਟ ਜਿਹੜਾ ਵੀਕ ਹੈਗਾ ਆ ਉਹਦੇ ਤੇ ਨਾ ਮੈਂ ਚਾਈਲਡ ਮੈਰਿਜ ਦੇ ਉੱਤੇ ਗੱਲ ਕਰਾਂਗੀ, ਚਾਈਲਡ ਮੈਰਿਜ ਦਾ, ਕਿਉਂਕਿ ਚਾਈਲਡ ਮੈਰਿਜ ਦਾ ਹੁਣੀ ਇੱਕ ਕੇਸ ਵੀ ਆਇਆ ਆ। ਸੋ ਉਹਦੇ ਤੇ ਕੰਮ ਕਰਨਾ ਆ। ਤੇ ਬਸ, ਤੇ ਕੁਝ ਲੋਕਾਂ ਦੀ ਕੁਐਰੀ ਸੀਗੀ ਕਿ ਜਲੰਧਰ ਵਾਲੇ ਕੇਸ ਦਾ ਕੀ ਬਣਿਆ ਜੀ। FIR ਰਜਿਸਟਰ ਹੋ ਗਈ ਆ ਪਰ ਮੁੰਡਾ ਹਲੇ ਤੱਕ ਮਲੇਸ਼ੀਆ ਆ। ਮਲੇਸ਼ੀਆ ਦੇ ਕੁਝ ਲੋਕ ਹੈਗੇ ਜਿਨ੍ਹਾਂ ਨੂੰ ਮੈਂ ਭੇਜਿਆ ਸੀਗਾ, ਉਹਦੀ LOC ਹੋ ਗਈ ਆ। ਤੇ ਜਿਹੜਾ ਮਲੇਸ਼ੀਆ ਦੇ ਵਿੱਚ ਮੈਂ ਰਿਪੋਰਟ ਭੇਜੀ ਸੀਗੀ ਕੁਛ, ਪਰ ਉਹਨਾਂ ਨੇ ਅੱਗੋਂ ਕੋਈ ਹਲੇ ਰਿਪਲਾਈ ਨਹੀਂ ਕੀਤਾ। ਸਾਨੂੰ ਹੈਗਾ ਉਹਨੂੰ ਮਲੇਸ਼ੀਆ ਤੋਂ ਹੀ ਫੜ ਲਿਆ ਜਾਵੇ, ਪਰ ਉਹ ਸਤਰਕ ਹੋ ਗਿਆ ਆ ਤੇ ਕੁੜੀ ਦੇ ਜਿਹੜੇ ਪੇਰੈਂਟਸ ਆ ਉਹਦਾ ਸਾਥ ਦੇ ਰਹੇ ਆ। ਸੋ ਮੇਰੀ ਇਹੀ ਆ ਮਾਪਿਆਂ ਨੂੰ ਉਮੀਦ ਆ, ਅਪੀਲ ਆ ਕਿ ਤੁਸੀਂ ਨਾ ਆਪਣੇ ਬੱਚਿਆਂ ਦੀ ਸਾਈਕੋਲੋਜੀ ਅੰਡਰਸਟੈਂਡ ਕਰਕੇ ਉਹਨਾਂ ਦਾ ਸਾਥ ਦੇਵੋ, ਨਾ ਕਿ ਗੱਲਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋ। ਸਿਰਫ ਇੰਨੀ ਗੱਲ ਦੇਖਿਓ ਕਿ ਜਦੋਂ ਜੁਰਮ ਨੂੰ ਦੱਬਿਆ ਜਾਂਦਾ ਆ, ਮੁਜਰਮ ਬਚਦਾ ਤਾਂ ਉਹਦਾ ਹੌਸਲਾ ਹੋਰ ਦੁੱਗਣਾ ਚੌਗਣਾ ਹੋ ਜਾਂਦਾ ਤੇ ਉਹ ਦੁਬਾਰਾ ਜੁਰਮ ਕਰਦਾ ਆ। ਸੋ ਜੁਰਮ ਨੂੰ ਦੇਖ ਕੇ ਚੁੱਪ ਨਹੀਂ ਰਹਿਣਾ ਹੈਗਾ, ਜੁਰਮ ਦਾ ਵਿਰੋਧ ਕਰਨਾ ਆ ਤੇ ਮੁਜਰਮ ਨੂੰ ਸਜ਼ਾ ਦਿਵਾਉਣੀ ਆ। ਇਹ ਸਾਡਾ ਫਰਜ਼ ਹੋਣਾ ਚਾਹੀਦਾ ਆ। ਬਾਕੀ ਜੇ ਕੁਝ ਗਲਤ ਬੋਲਤਾ ਹੋਵੇ ਮਾਫ ਕਰਿਓ ਤੇ ਉਮੀਦ ਆ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਰੋਗੇ ਤਾਂ ਕਿ ਇਹ ਗੱਲਾਂ ਕਿਸੇ ਹੋਰ ਦੇ ਵੀ ਕੰਮ ਆ ਸਕਣ। ਤੇ ਅਗਲੀ ਵਾਰ ਚਾਈਲਡ ਮੈਰਿਜ ਦੇ ਉੱਤੇ ਗੱਲ ਕਰਾਂਗੇ ਤੇ ਹਰ ਸੰਡੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਜ਼ਰੂਰ ਗੱਲ ਕਰਿਆ ਕਰਾਂਗੇ। ਤੇ ਇੱਕ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਦਾ ਏਕਮ TV ਦੇ ਉੱਤੇ ਮੇਰਾ ਉਹ ਆਇਆ ਵੀ ਆ, ਉਹ ਤੁਸੀਂ ਸੀਨੀਅਰ ਸਿਟੀਜ਼ਨਸ ਦੇ ਰਾਈਟ ਵਾਲਾ ਮੇਰਾ ਉਹ ਏਕਮ TV ਦੇ ਉੱਤੇ ਵੀਡੀਓ ਪਈ ਆ, ਉਹ ਦੇਖ ਸਕਦੇ ਹੋ। ਤੇ ਬਾਕੀ ਜਿਹੜੇ ਗਰੀਬ ਤੇ ਲਤਾੜੇ ਹੋਏ ਲੋਕ ਨੇ, ਅਨਹਰਡ ਵਿਕਟਮ ਨੇ, ਉਹਨਾਂ ਲਈ ਫ੍ਰੀ ਲੀਗਲ ਏਡ ਪਹਿਲਾਂ ਵੀ ਸੀਗੀ, ਅੱਜ ਵੀ ਹੈਗੀ ਆ, ਹਮੇਸ਼ਾ ਰਹੇਗੀ। ਪਰ ਜਿਹੜੇ ਲੋਕ ਪੇ ਕਰ ਸਕਦੇ ਆ ਉਹਨਾਂ ਨੂੰ ਮੈਂ ਫ੍ਰੀ ਐਡਵਾਈਸ ਵੀ ਨਹੀਂ ਦਿੰਦੀ। ਸੋ ਇਹ ਚੀਜ਼ਾਂ ਵੀ ਕਲੀਅਰ ਨੇ। ਸੋ ਕਿਸੇ ਨੂੰ ਬੁਰੀ ਲੱਗਦੀ ਆ ਗੱਲ, ਬੁਰੀ ਲੱਗੇ, ਚੰਗੀ ਲੱਗਦੀ ਆ ਚੰਗੀ ਲੱਗੇ, ਤੇ ਬਾਕੀ ਗੱਲਾਂ ਆਪਾਂ ਕਰਦੇ ਰਵਾਂਗੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।